ਸਰਦੂਲ ਤਾਇਆ ਜੀ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਦੀ ਮੈਂਟਲ ਸਟੇਟ ਸਮਝ ਸਕਦਾ ਦੋਨਾਂ ਭਰਾਵਾਂ ਦੀ ਪ੍ਰੋਪਰ ਫੈਮਿਲੀ ਦੀ ਕਿਉਂਕਿ ਅਸੀਂ ਮੈਨੂੰ ਤਾਂ ਫਿਰ ਅਜੇ ਸਾਡੇ ਪਰਿਵਾਰ ਨੂੰ ਤਾਂ ਫਿਰ 4 ਸਾਲ ਹੋ ਗਏ ਅਸੀਂ ਹਲੇ ਤੱਕ ਉਸ ਚੀਜ਼ ਤੋਂ ਉੱਭਰ ਨਹੀਂ ਪਾਏ ਕਿਉਂਕਿ ਇਹ ਜ਼ਖਮ ਸਮੇਂ ਦਾ ਸਾਨੂੰ ਐਸਾ ਦਿੱਤਾ ਹੋਇਆ ਹੈ ਇਹ ਸਾਡੀ ਜ਼ਿੰਦਗੀ ਹਰਾ ਹੀ ਰਹਿਣਾ ਹੈ ਭਰਨਾ ਨਹੀਂ ਹੈ। ਜਦੋਂ ਮੈਨੂੰ ਪਤਾ ਲੱਗਾ ਕਿ ਇੱਦਾਂ ਇੱਕਦਮ ਸਰਦੂਲ ਤਾਇਆ ਜੀ ਚਲੇ ਗਏ ਨੇ ਮੈਂ ਛੋਟੇ ਨਾਲ ਗੱਲ ਕੀਤੀ ਮੈਂ ਕਿਹਾ ਚਲੀਏ ਯਾਰ ਆਪਾਂ ਮੈਂ ਗਿਆ ਮਨ ਦੇ ਅੰਦਰ ਮੈਂ ਬਹੁਤ ਕੁਝ ਸੋਚ ਕੇ ਗਿਆ ਕਿ ਮੈਂ ਉਹਨਾਂ ਨੂੰ ਆਪਣੇ ਵੱਲੋਂ ਹੌਸਲਾ ਦਊਂਗਾ ਮੈਂ ਇਹ ਕਹੂੰਗਾ ਮੈਂ ਉਹ ਕਹੂੰਗਾ ਬਟ ਮੈਂ ਜਦੋਂ ਗੇਟ ਦੇ ਅੰਦਰ ਪੈਰ ਰੱਖਿਆ ਮੇਰੇ ਮਾਈਂਡ ਦੇ ਅੰਦਰ ਮੇਰੀ ਖੁਦ ਦੀ ਫਿਲਮ ਚੱਲ ਪਈ ਕਿ ਮੈਂ ਤਾਂ ਖੁਦ ਜ਼ਖਮੀ ਆ ਮੈਂ ਉਹਨਾਂ ਦੇ ਜ਼ਖਮ ਤੇ ਕਿੱਦਾਂ ਮਲਮ ਲਗਾਉਂਗਾ। ਜੋ ਸਾਬਰ ਕੋਟੀ ਸਾਹਿਬ ਨੇ ਆਪਣੀ ਲਾਈਫ ਦੇ ਵਿੱਚ ਕੀਤਾ ਉਹਨਾਂ ਨੇ ਆਪਣੀ ਸਾਰੀ ਲਾਈਫ ਜਿਹੜੀ ਹੈ ਉਹ ਪੰਜਾਬੀਅਤ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਦਿੱਤੀ। ਵੈਰੀ ਰਾਈਟ। ਜਿਸ ਇਨਸਾਨ ਨੇ ਕਿਸੇ ਨੂੰ ਗਵਾਇਆ ਹੋਵੇ ਇਸ ਚੀਜ਼ ਨੂੰ ਸਿਰਫ ਉਹ ਅੰਡਰਸਟੈਂਡ ਕਰ ਸਕਦਾ। ਬੜਾ ਕੁਝ ਜ਼ਿੰਦਗੀ 'ਚ ਹੱਸ ਹੱਸ ਸਹਿ ਲਿਆ ਸਾਡਾ ਦਿਲ ਨਹੀਂ ਖਿਡੌਣਾ ਹੋ ਕੇ ਰਹਿ ਗਿਆ ਸਾਡਾ ਦਿਲ ਨਹੀਂ ਖਿਡੌਣਾ ਹੋ ਕੇ ਰਹਿ ਗਿਆ। ਲੋਕਾਂ ਦੇ ਟੁੱਟਦੇ ਘਰਾਂ ਨੂੰ ਜੋੜ ਦਿੰਦੇ ਸੀਗੇ ਉਹ ਐਸੀ ਉਹਨਾਂ ਦੀ ਇੱਕ ਇਮੇਜ ਸੀ ਐਸੇ ਇਨਸਾਨ ਸੀਗੇ ਬਟ ਇੱਕ ਇਨਸਾਨ ਜਿਹੜਾ ਇੰਨਾ ਬੋਲਡ ਹੋਵੇ ਇੰਨਾ ਜ਼ਿਆਦਾ ਸਟਰੋਂਗ ਹੋਵੇ ਉਹ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ ਜਿਸ ਹਿਸਾਬ ਨਾਲ ਮੈਂ ਉਹਨਾਂ ਨੂੰ ਰੋਂਦੇ ਦੇਖਿਆ। ਇੱਕ ਬੱਚੇ ਤੋਂ ਜਦੋਂ ਤੁਸੀਂ ਇੱਕ ਲੋਲੀਪੌਪ ਖੋਹ ਲੈਂਦੇ ਆ ਨਾ ਉਹ ਵੀ ਇਦਾਂ ਨਹੀਂ ਰੋਂਦਾ ਹੋਊਗਾ ਜਿੱਦਾਂ ਉਹ ਰੋਂਦੇ ਸੀਗੇ ਮਤਲਬ ਧਾਹਾਂ ਮਾਰ ਮਾਰ ਕੇ ਰੋ ਪੈਂਦੇ ਸੀਗੇ ਉਹ ਔਰ ਮੇਰੇ ਲਈ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀਗਾ। ਆਈ ਥਿੰਕ ਮੈਂ 2019 ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਜੀ ਜੀ। ਮੈਂ ਘਰ ਗਿਆ ਸੀਗਾ ਉਹਨਾਂ ਨੂੰ ਬਰਸੀ ਡੈਡੀ ਦੀ ਅਸੀਂ ਪਲਾਨ ਕਰ ਰਹੇ ਸੀਗੇ ਉਸ ਟਾਈਮ ਤਾਂ ਮੈਂ ਉਦੋਂ ਇੱਕ ਉਹਨਾਂ ਦੇ ਵਿਊਜ਼ ਲੈਣ ਗਿਆ ਸੀਗਾ ਪਲੱਸ ਉਹਨਾਂ ਨੂੰ ਮੈਂ ਬੇਨਤੀ ਕਰਨ ਗਿਆ ਸੀਗਾ ਕਿਉਂਕਿ ਡੈਡੀ ਹਮੇਸ਼ਾ ਉਹਨਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ ਕਿ ਬੇਟਾ ਜਿੰਨੇ ਜ਼ਿਆਦਾ ਤੁਸੀਂ ਨੀਵੇਂ ਹੋ ਕੇ ਰਹੋਗੇ ਜਿੰਨੇ ਤੁਸੀਂ ਹਲੀਮ ਹੋ ਕੇ ਰਹੋਗੇ ਪਰਮਾਤਮਾ ਉਹ ਚੀਜ਼ਾਂ ਨੋਟ ਕਰੇਗਾ ਤੁਹਾਡੀ ਔਰ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਫਲ ਹੈ ਉਹਦਾ ਜਿਹੜੀਆਂ ਰਹਿਮਤਾਂ ਤੁਹਾਨੂੰ ਉੱਦਾਂ ਮਿਲਣੀਆਂ। ਮੈਂ ਉਹਨਾਂ ਦੇ ਘਰ ਗਿਆ ਮੈਂ ਬੇਨਤੀ ਕੀਤੀ ਪਹਿਲੀ ਗੱਲ ਤਾਂ ਉਹਨਾਂ ਦੇ ਸਾਹਮਣੇ ਕੋਈ ਗੱਲ ਹੀ ਕਰ ਦਈਏ ਇਹ ਬਹੁਤ ਵੱਡੀ ਗੱਲ ਹੈ ਮੇਰੀ ਤਾਂ ਜ਼ੁਬਾਨ ਨਹੀਂ ਨਿਕਲਦੀ ਹੁੰਦੀ ਸੀ। ਉਹਨਾਂ ਨੇ ਕੋਈ ਸਵਾਲ ਕਰਨਾ ਮੈਨੂੰ ਹਾਂਜੀ ਠੀਕ ਹੈ ਜੀ ਹਾਂਜੀ 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 ਅਤੇ ਅਸੀਂ ਉੱਥੇ ਗਏ ਹਾਂ ਮੇਰਾ ਖਿਆਲ ਵਿਲੀਅਮ ਵੀ ਨਾਲ ਸੀ ਅਸੀਂ ਉੱਥੇ ਗਏ ਹਾਂ ਸ਼ਾਮ ਨੂੰ 4-5 ਵਜੇ ਸਰਦੀਆਂ ਦਾ ਟਾਈਮ ਸੀਗਾ। ਉੱਥੇ ਉਹਨਾਂ ਨੇ ਹਾਰਮੋਨੀਅਮ ਖੋਲ੍ਹ ਲਿਆ ਔਰ ਅਸੀਂ ਉੱਥੇ ਗਾਉਣ ਲੱਗ ਗਏ ਐਸਾ ਗਾਇਆ ਅਸੀਂ ਸਾਰਿਆਂ ਨੇ ਰਲ ਕੇ ਅਲਾਪ ਸਰਦੂਲ ਤਾਇਆ ਜੀ ਮੈਂ ਅਸੀਂ ਉੱਥੋਂ ਸਵੇਰੇ 7 ਵਜੇ ਆਏ ਉੱਥੋਂ ਜੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਸਰਦੂਲ ਤਾਇਆ ਜੀ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਦੀ ਮੈਂਟਲ ਸਟੇਟ ਸਮਝ ਸਕਦਾ ਦੋਨਾਂ ਭਰਾਵਾਂ ਦੀ ਪ੍ਰੋਪਰ ਫੈਮਿਲੀ ਦੀ ਕਿਉਂਕਿ ਅਸੀਂ ਮੈਨੂੰ ਤਾਂ ਫਿਰ ਅਜੇ ਸਾਡੇ ਪਰਿਵਾਰ ਨੂੰ ਤਾਂ ਫਿਰ 4 ਸਾਲ ਹੋ ਗਏ ਅਸੀਂ ਹਲੇ ਤੱਕ ਉਸ ਚੀਜ਼ ਤੋਂ ਉੱਭਰ ਨਹੀਂ ਪਾਏ ਕਿਉਂਕਿ ਇਹ ਜ਼ਖਮ ਸਮੇਂ ਦਾ ਸਾਨੂੰ ਐਸਾ ਦਿੱਤਾ ਹੋਇਆ ਹੈ ਇਹ ਸਾਡੀ ਜ਼ਿੰਦਗੀ ਹਰਾ ਹੀ ਰਹਿਣਾ ਹੈ ਭਰਨਾ ਨਹੀਂ ਹੈ। ਔਰ ਜਦੋਂ ਮੈਨੂੰ ਪਤਾ ਲੱਗਾ ਕਿ ਇੱਦਾਂ ਇੱਕਦਮ ਸਰਦੂਲ ਤਾਇਆ ਜੀ ਚਲੇ ਗਏ ਨੇ ਮੈਂ ਛੋਟੇ ਨਾਲ ਗੱਲ ਕੀਤੀ ਮੈਂ ਕਿਹਾ ਚਲੀਏ ਯਾਰ ਆਪਾਂ ਮੈਂ ਗਿਆ ਮਨ ਦੇ ਅੰਦਰ ਮੈਂ ਬਹੁਤ ਕੁਝ ਸੋਚ ਕੇ ਗਿਆ ਕਿ ਮੈਂ ਉਹਨਾਂ ਨੂੰ ਆਪਣੇ ਵੱਲੋਂ ਹੌਸਲਾ ਦਊਂਗਾ ਮੈਂ ਇਹ ਕਹੂੰਗਾ ਮੈਂ ਉਹ ਕਹੂੰਗਾ ਬਟ ਮੈਂ ਜਦੋਂ ਗੇਟ ਦੇ ਅੰਦਰ ਪੈਰ ਰੱਖਿਆ ਮੇਰੇ ਮਾਈਂਡ ਦੇ ਅੰਦਰ ਮੇਰੀ ਖੁਦ ਦੀ ਫਿਲਮ ਚੱਲ ਪਈ ਕਿ ਮੈਂ ਤਾਂ ਖੁਦ ਜ਼ਖਮੀ ਆ ਮੈਂ ਉਹਨਾਂ ਦੇ ਜ਼ਖਮ ਤੇ ਕਿੱਦਾਂ ਮਲਮ ਲਗਾਉਂਗਾ। ਮੈਂ ਗਿਆ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੁਝ ਉੱਥੇ ਇੱਕ ਲਫ਼ਜ਼ ਵੀ ਬੋਲ ਪਾਵਾਂ। ਉਹਨੇ ਜਦੋਂ ਮੈਨੂੰ ਹੱਗ ਕੀਤਾ ਮੈਨੂੰ ਹੱਗ ਕਰਕੇ ਉਹ ਰੋਇਆ ਅਤੇ ਲਿਟਰਲੀ ਮੈਂ ਅੰਦਰੋਂ ਇੰਨਾ ਕੁ ਜ਼ਿਆਦਾ ਟੁੱਟ ਗਿਆ। ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਯਾਰ ਹੁਣ ਸਿਰਫ ਤੁਹਾਡੇ ਦੋਨਾਂ ਭਰਾਵਾਂ ਦੇ ਸਿਰ 'ਤੇ ਹੈ ਹੁਣ ਜਿਹੜਾ ਚਲੇ ਗਿਆ ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀ ਹੈ ਜਿਹੜੇ ਚਲੇ ਗਏ ਆ ਹੁਣ ਉਹਨਾਂ ਦਾ ਵਾਪਸ ਆਉਣਾ ਤਾਂ ਬਹੁਤ ਮੁਸ਼ਕਿਲ ਆ ਪਰ ਇਹ ਅਸੀਂ ਜ਼ਿੰਦਾ ਰੱਖਣਾ ਬਸ ਹੌਸਲਾ ਰੱਖੋ। ਹੁਣ ਦੁਨੀਆ ਨੂੰ ਮਿਲਣਾ ਵਿਚਰਨਾ ਤੁਹਾਡੇ ਹੱਥ ਹੈ
ਔਰ ਇੰਨਾ ਕੀ ਮੈਂ ਕਹਿ ਸਕਿਆ ਉਹਨਾਂ ਨੂੰ। ਉਸ ਤੋਂ ਬਾਅਦ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਇੱਕ ਲਫ਼ਜ਼ ਵੀ ਹੋਰ ਕਹਾਂ ਉਹਨਾਂ ਨੂੰ। ਜੀ ਜੇਕਰ ਆਪਾਂ ਗੱਲ ਕਰੀਏ ਆਪਣੇ ਸਫ਼ਰ ਦੀ, ਹੈ ਨਾ, ਜੀ। ਸੰਘਰਸ਼ ਜਾਰੀ ਹੈ ਜੀ। ਫਾਈਟ ਜਾਰੀ ਹੈ, ਜੋ ਕੁਝ ਵੀ ਇੱਕ ਪ੍ਰੋਬਲਮ ਦੋ ਤੁਹਾਡੇ ਨਾਲ ਹੋਈਆਂ ਕੁਝ ਸਾਲ ਜੀ, ਪਹਿਲੇ, ਜੀ, ਤੁਸੀਂ ਜੀ। ਉਹਨਾਂ ਨਾਲ ਵੀ ਲਗਾਤਾਰ ਲੜ ਰਹੇ ਹੋ। ਜੀ। ਪਲੈਨਿੰਗਸ ਕੀ ਨੇ ਹੁਣ, ਕਰਨਾ ਕੀ ਹੈ, ਕਿਵੇਂ ਕਰਨਾ ਹੈ? ਪਲੈਨਿੰਗਸ ਇੱਦਾਂ ਜੀ ਕਿ ਡੈਡੀ ਹੁਣਾਂ ਦਾ ਇੰਨਾ ਕੁ ਆਸ਼ੀਰਵਾਦ ਹੈ ਸਾਡੇ ਦੋਨਾਂ 'ਤੇ, ਕਿਤੇ ਵੀ ਅਸੀਂ ਜਾਂਦੇ ਹਾਂ ਬਹੁਤ ਪਿਆਰ ਮਿਲਦਾ ਹੈ। ਔਰ ਜਿਹੜਾ ਮੇਰੇ ਤੋਂ ਛੋਟਾ ਹੈ ਵਿਲੀਅਮ, ਉਹ ਸਟੂਡੀਓ ਵਰਕ ਕਰ ਰਿਹਾ ਜੀ। ਔਰ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਦਿੱਗਜ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉਹਨਾਂ ਦੇ ਨਾਲ ਉਹ ਕੰਮ ਕਰ ਰਿਹਾ। ਔਰ ਮੇਰੇ ਵੀ ਕਈ ਉਹਨੇ ਟਰੈਕਸ ਬਣਾਏ ਹੋਏ ਆ। ਔਰ ਪਲੈਨਿੰਗ ਇਹੀ ਹੈ ਕਿ ਜੋ ਸਾਬਰ ਕੋਟੀ ਸਾਹਿਬ ਨੇ ਆਪਣੀ ਲਾਈਫ ਦੇ ਵਿੱਚ ਕੀਤਾ, ਉਹਨਾਂ ਨੇ ਆਪਣੀ ਸਾਰੀ ਲਾਈਫ ਜਿਹੜੀ ਹੈ ਉਹ ਪੰਜਾਬੀਅਤ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਦਿੱਤੀ। ਵੈਰੀ ਰਾਈਟ। ਜਦੋਂ ਉਹ ਕਿਤੇ ਵੀ ਜਾਂਦੇ ਸੀਗੇ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਲ ਅਰਾਊਂਡ ਦਾ ਵਰਲਡ ਕਿਤੇ ਵੀ ਜਾਂਦੇ ਸੀਗੇ, ਉਹਨਾਂ ਨੇ ਹਮੇਸ਼ਾ ਪੰਜਾਬੀਅਤ ਨੂੰ ਪਹਿਲ ਦਿੱਤੀ। ਔਰ ਉਰਦੂ ਨਾਲ ਇਸ਼ਕ ਬਹੁਤ ਸੀ ਉਹਨਾਂ ਦਾ, ਉਰਦੂ ਸ਼ਾਇਰੀ ਨਾਲ ਬਹੁਤ ਪਿਆਰ ਰਿਹਾ ਉਹਨਾਂ ਦਾ। ਔਰ ਉਹਨਾਂ ਨੇ ਖਾਸ ਕਰਕੇ ਆਪਣੇ ਜਿੰਨੇ ਵੀ ਉਹਨਾਂ ਦੇ ਫੈਨਸ ਸੀਗੇ ਉਹਨਾਂ ਨੂੰ ਤਲਫੁਜ਼ ਜਿਹੜਾ ਆਪਣਾ ਠੀਕ ਕਰਨ ਨੂੰ ਕਿਹਾ। ਜਿੱਦਾਂ ਕਿ ਕਈ ਆਪਣੇ ਜਿਹੜੇ ਅੱਜ ਦੇ ਆਰਟਿਸਟ ਹੈ, ਉਹ ਸਹੀ ਲਫ਼ਜ਼ ਹੁੰਦਾ ਹੈ ਜ਼ਿੰਦਗੀ, ਉਹਨੂੰ ਜ਼ਿੰਦਗੀ ਕਹਿ ਦਿੰਦੇ ਆ ਜਾਂ ਜ਼ਿੰਦਗੀ ਕਹਿ ਦਿੰਦੇ ਆ। ਕਈ ਵਰਡ ਇੱਦਾਂ ਦੇ ਉਹਨਾਂ ਨੇ ਖਾਸ ਕਰਕੇ ਮੈਨੂੰ ਇਸ ਚੀਜ਼ ਨੂੰ ਬਹੁਤ ਲੈ ਕੇ ਪੋਲਿਸ਼ ਕੀਤਾ ਕਿ ਜਿੱਦਾਂ ਕਈ ਵਰਡ ਹੁੰਦੇ ਸੀਗੇ ਮੈਂ ਗਲਤ ਬੋਲ ਜਾਂਦਾ ਸੀਗਾ, ਉਹ ਮੈਨੂੰ ਉੱਥੇ ਟੋਕ ਦਿੰਦੇ ਸੀਗੇ, ਨਹੀਂ ਇੱਦਾਂ ਨਹੀਂ, ਇਹ ਵਰਡ ਨੂੰ ਇੱਦਾਂ ਬੋਲਣਾ, ਇਹਦਾ ਪ੍ਰੋਨਾਂਸੀਏਸ਼ਨ ਜਿਹੜਾ ਇਹਨੂੰ ਪ੍ਰੋਨਾਊਂਸ ਇਸ ਹਿਸਾਬ ਨਾਲ ਪੁੱਤ ਕਰਨਾ। ਅਤੇ ਸਾਡੀ ਕੋਸ਼ਿਸ਼ ਵੀ ਇਹ ਹੈ ਕਿ ਉਹਨਾਂ ਤੋਂ ਵੱਧ ਕੇ ਕਰੀਏ, ਕਿਉਂਕਿ ਇੱਕ ਮਾਂ ਬਾਪ ਜਿਹੜਾ ਉਹ ਹਮੇਸ਼ਾ ਇਹੀ ਚਾਹੇਗਾ ਕਿ ਜੇ ਅੱਜ ਮੈਂ 10 ਕਦਮ ਤੁਰਿਆ ਤਾਂ ਮੇਰੀ ਔਲਾਦ ਜਿਹੜੀ ਉਹ 20 ਕਦਮ ਤੁਰੇ। ਬਿਲਕੁਲ ਬਿਲਕੁਲ ਸਾਡੀ ਕੋਸ਼ਿਸ਼ ਹੈ। ਬਾਕੀ ਸਮਾਂ ਹੈ, ਉਹਨਾਂ ਨੂੰ ਤਾਂ 19 ਸਾਲ ਲੱਗੇ ਸਿੱਖਣ ਨੂੰ, ਫਿਰ 10-12 ਸਾਲ ਅਲੱਗ ਤੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੇ ਘੁੰਮਿਆ ਕਾਫੀ। ਔਰ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਸਾਡੀ ਤਾਂ ਸ਼ੁਰੂਆਤ ਹੈ, ਜੇ ਅਸੀਂ ਹੁਣੇ ਹੀ ਢੇਰੀ ਢਾਹ ਕੇ ਬਹਿ ਜਾਵਾਂਗੇ ਤਾਂ ਫਿਰ ਤਾਂ ਕਿੱਦਾਂ ਕੰਮ ਚੱਲੇਗਾ। ਤਾਂ ਚੱਲ ਰਿਹਾ, ਕਰੀ ਜਾ ਰਹੇ ਹਾਂ, ਸਟਰਗਲ ਕਰ ਰਹੇ ਹਾਂ। ਬਾਕੀ ਜਦੋਂ ਰੱਬ ਨੂੰ ਲੱਗੇਗਾ ਕਿ ਹਾਂ ਦੋਨੋਂ ਭਰਾ ਹੁਣ ਡਿਜ਼ਰਵ ਕਰਦੇ ਹੈ, ਹੁਣ ਇਹਨਾਂ ਨੂੰ ਉਹ ਚੀਜ਼ ਦਈਏ ਜੋ ਇਹਨਾਂ ਨੂੰ ਲੋੜ ਹੈ, ਫਿਰ ਉਹ ਪਰਮਾਤਮਾ ਦੇ ਦੇਗਾ, ਨਹੀਂ ਤਾਂ ਸੰਘਰਸ਼ ਜਾਰੀ ਹੈ ਜੀ। ਦੁਆਵਾਂ ਤੁਹਾਡੇ ਨਾਲ ਨੇ। ਮੈਂ ਚਾਹੁੰਦੀ ਹਾਂ ਕੋਈ ਅਜਿਹਾ ਗਾਣਾ ਤੁਸੀਂ ਸਾਡੇ ਲਈ, ਸਾਡੇ ਦਰਸ਼ਕਾਂ ਲਈ, ਕਿਉਂਕਿ ਗੱਲਬਾਤ ਚੱਲ ਰਹੀ ਹੈ ਅਤੇ ਸਾਬਰ ਕੋਟੀ ਸਾਹਿਬ ਦੀਆਂ ਯਾਦਾਂ, ਗੱਲਾਂ, ਗੀਤ ਦਿਮਾਗ ਦੇ ਵਿੱਚ ਚੱਲ ਰਹੇ ਨੇ, ਨਾਲ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਲੇਕਿਨ ਫਿਲਮ ਦਿਮਾਗ 'ਚ ਸਾਡੇ ਚੱਲ ਰਹੀ ਹੈ ਨਾ। ਸੋ ਕੋਈ ਅਜਿਹਾ ਗਾਣਾ ਜੋ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਸੀ, ਜੋ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਸੁਣਦੇ ਹੋਣ ਅਤੇ ਅੱਜ ਤੁਸੀਂ ਵੀ ਉਹਨਾਂ ਨੂੰ ਮਹਿਸੂਸ ਕਰਨ ਲਈ ਸੁਣਦੇ ਹੋ? ਇੱਕ ਗਾਣਾ ਉਹ ਬਹੁਤ ਜ਼ਿਆਦਾ ਸੁਣਨ ਲੱਗ ਗਏ ਸੀਗੇ ਲਾਸਟ ਟਾਈਮ ਦੇ ਵਿੱਚ, ਤਾਂ ਖਾਸ ਕਰਕੇ ਫਿਰੋਜ਼ ਚਾਚਾ ਜੀ ਦਾ, ਫਿਰੋਜ਼ ਖਾਨ ਸਾਹਿਬ ਦਾ। ਉਹਨਾਂ ਦਾ ਇੱਕ ਗਾਣਾ ਆਇਆ ਸੀਗਾ ਮੂਵੀ ਦੇ ਵਿੱਚ ਕਿ ਸਾਡਾ ਦਿਲ ਦਿਲ ਨਹੀਂ ਖਿਡੌਣਾ ਹੋ ਕੇ ਰਹਿ ਗਿਆ। ਤਾਂ ਉਹਦੇ ਨਾਲ ਉਹਨਾਂ ਦੀ ਅਟੈਚਮੈਂਟ ਇੰਨੀ ਜ਼ਿਆਦਾ ਹੋ ਗਈ ਸੀ ਕਿ ਜਦੋਂ ਇਕੱਲੇ ਬੈਠਦੇ ਸੀਗੇ, ਇੱਕ ਇਹ ਗਾਣਾ ਔਰ ਇੱਕ ਗਾਣਾ ਉਹ ਮੇਰੇ ਤੋਂ ਸੁਣਦੇ ਹੁੰਦੇ ਸੀਗੇ ਕਿ ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀ ਹੈ। ਅਕਸਰ ਇਹ ਗਾਣਾ ਜਦੋਂ ਸੁਣਦੇ ਹੁੰਦੇ ਸੀਗੇ ਉਹ ਬਹੁਤ ਇਮੋਸ਼ਨਲ ਹੋ ਜਾਂਦੇ ਸੀਗੇ ਔਰ ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਯਾਰ ਇੰਨਾ ਇਮੋਸ਼ਨਲ ਕਿਉਂ ਹੋ ਜਾਂਦੇ ਆ ਜੀ। ਕਿਉਂਕਿ ਜਿਸ ਇਨਸਾਨ ਨੇ ਕਿਸੇ ਨੂੰ ਗਵਾਇਆ ਹੋਵੇ ਇਸ ਚੀਜ਼ ਨੂੰ ਸਿਰਫ ਉਹ ਅੰਡਰਸਟੈਂਡ ਕਰ ਸਕਦਾ। ਬਿਲਕੁਲ। ਹੁਣ ਸਾਨੂੰ ਤਾਂ ਨਹੀਂ ਪਤਾ ਸੀਗਾ। ਹੁਣ ਜਦੋਂ ਮੈਂ ਕਿਸੇ ਟਾਈਮ ਇਹ ਗਾਣਾ, ਜਦੋਂ ਮੈਨੂੰ ਫਰਮਾਇਸ਼ ਹੁੰਦੀ ਹੈ ਕਿ ਇਹ ਗਾਓ, ਇਹ ਸੁਣਾਓ, ਥੋੜ੍ਹਾ ਜਿਹਾ ਗੁਰੂ ਜੀ ਦਾ ਫੇਵਰੇਟ ਗਾਣਾ ਸੁਣਾਓ, ਤੁਹਾਡੇ ਤੋਂ ਸੁਣਦੇ ਸੀ, ਗਾਉਂਦਾ ਕਿਸੇ ਟਾਈਮ ਮੈਂ ਵੀ ਭਾਵਕ ਹੋ ਜਾਂਦਾ ਕਿਉਂਕਿ ਉਹਨੂੰ ਲਿਖਿਆ ਜਿਹੜੇ ਉਹਦੇ ਲਿਰਿਸਿਸਟ ਨੇ, ਉਹ ਮਾਲਕ ਉਹਨਾਂ ਦੀ ਉਮਰ ਬਹੁਤ ਲੰਬੀ ਕਰੇ, ਕਿਆ ਲਿਖਿਆ ਉਹਨਾਂ ਨੇ ਜੀ। ਉਹ ਵੀ ਮੈਂ ਸੁਣਾਊਂਗਾ ਅਤੇ ਮੈਂ ਉਹਨਾਂ ਦਾ ਫੇਵਰੇਟ ਵੀ ਸੁਣਾਉਣਾ ਫਿਰੋਜ਼ ਚਾਚਾ ਜੀ ਵਾਲਾ। ਉਹ ਸੀਗਾ ਕੀਤੇ ਕਰਾਂ ਮੈਂ ਗਿਲਾ, ਕੀਤੇ ਸ਼ਿਕਵਾ ਕਰਾਂ ਮੈਂ, ਆਪਣੀਆਂ ਸੋਚਾਂ ਨਾ ਜਾਂ ਖੁਦ ਨਾ ਲੜਾਂ ਮੈਂ, ਬੜਾ ਕੁਝ ਜ਼ਿੰਦਗੀ 'ਚ ਹਾਏ, ਬੜਾ ਕੁਝ ਜ਼ਿੰਦਗੀ 'ਚ ਹੱਸ ਹੱਸ ਸਹਿ ਲਿਆ,
ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ, ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ, ਸਾਡਾ ਦਿਲ ਦਿਲ ਨੀ ਖਿਡੌਣਾ ਹੋ ਕੇ ਰਹਿ ਗਿਆ। ਮੈਂ ਸੌਰੀ ਇਹ ਪੂਰਾ ਨਹੀਂ ਗਾ ਸਕਦਾ ਬਹੁਤ ਖੂਬ, ਕਿਉਂਕਿ ਮੈਂ ਜਦੋਂ ਗਾਉਣਾ ਨਾ ਫਿਰ ਮੇਰੇ ਮਾਈਂਡ 'ਚੋਂ ਉਹਨਾਂ ਦਾ ਚਿਹਰਾ ਆ ਜਾਂਦਾ, ਉਹ ਕਿਉਂਕਿ ਉਹ ਇੰਨਾ ਕੁ ਜ਼ਿਆਦਾ ਭਾਵਕ ਹੋ ਜਾਂਦੇ ਸੀਗੇ, ਜਿੱਦਾਂ ਇੱਕ 4-5 ਸਾਲ ਦਾ ਬੱਚਾ ਰੋਂਦਾ, ਮੈਂ ਉਹਨਾਂ ਨੂੰ ਉੱਦਾਂ ਰੋਂਦੇ ਦੇਖਿਆ। ਕੋਈ ਵਜ੍ਹਾ ਸੀ ਜਾਂ ਉਵੇਂ ਹੀ ਜਜ਼ਬਾਤ? ਵਜ੍ਹਾ ਐਕਚੁਅਲੀ ਉਹਨਾਂ ਨੇ ਸ਼ੁਰੂ ਤੋਂ ਦਿਮਾਗ ਯੂਜ਼ ਹੀ ਨਹੀਂ ਕੀਤਾ, ਦਿਲ, ਉਹਨਾਂ ਨੇ ਹਮੇਸ਼ਾ ਦਿਲੋਂ ਹੀ ਸੋਚਿਆ ਔਰ ਦਿਲੋਂ ਹੀ ਕੀਤਾ, ਔਰ ਜਿਹਦਾ ਕੀਤਾ ਸ਼ਾਇਦ ਰੱਬ ਦੀ ਕੋਈ ਖੇਡ ਸੀਗੀ, ਉਹ ਉਸੇ ਇਨਸਾਨ ਨੇ ਉਹਨਾਂ ਦੀ ਪਿੱਠ ਤੇ ਵਾਰ ਕੀਤਾ ਜੀ। ਤੇ ਇੰਨਾ ਕੁ ਜ਼ਿਆਦਾ ਲਾਸਟ ਟਾਈਮ ਦੇ ਵਿੱਚ ਤਾਂ ਮੈਂ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਟੁੱਟਿਆ ਹੋਇਆ ਦੇਖਿਆ ਕਿ ਜਿਹੜਾ ਇਨਸਾਨ, ਉਹ ਐਸੇ ਇਨਸਾਨ ਸੀਗੇ ਕਿ ਲੋਕਾਂ ਦੇ ਟੁੱਟਦੇ ਘਰਾਂ ਨੂੰ ਜੋੜ ਦਿੰਦੇ ਸੀਗੇ, ਉਹ ਐਸੀ ਉਹਨਾਂ ਦੀ ਇੱਕ ਇਮੇਜ ਸੀ, ਐਸੇ ਉਹ ਇਨਸਾਨ ਸੀਗੇ। ਬਟ ਇੱਕ ਇਨਸਾਨ ਜਿਹੜਾ ਇੰਨਾ ਬੋਲਡ ਹੋਵੇ, ਇੰਨਾ ਜ਼ਿਆਦਾ ਸਟਰੋਂਗ ਹੋਵੇ, ਉਹ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ, ਜਿਸ ਹਿਸਾਬ ਨਾਲ ਮੈਂ ਉਹਨਾਂ ਨੂੰ ਰੋਂਦੇ ਦੇਖਿਆ। ਇੱਕ ਬੱਚੇ ਤੋਂ ਜਦੋਂ ਤੁਸੀਂ ਇੱਕ ਲੋਲੀਪੌਪ ਖੋਹ ਲੈਂਦੇ ਆ ਨਾ, ਉਹ ਵੀ ਇੱਦਾਂ ਨਹੀਂ ਰੋਂਦਾ ਹੋਊਗਾ ਜਿੱਦਾਂ ਉਹ ਰੋਂਦੇ ਸੀਗੇ ਜੀ। ਮਤਲਬ ਧਾਹਾਂ ਮਾਰ ਕੇ ਰੋ ਪੈਂਦੇ ਸੀਗੇ ਉਹ, ਔਰ ਮੇਰੇ ਲਈ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀਗਾ। ਔਰ ਜ਼ਿਆਦਾਤਰ ਮੈਨੂੰ ਹੀ ਨਾਲ ਰੱਖਦੇ ਸੀਗੇ, ਜਿਹੜੇ 2015 ਤੋਂ ਬਾਅਦ ਤਾਂ ਇੰਨਾ ਜ਼ਿਆਦਾ ਮੇਰਾ ਉਹਨਾਂ ਦੇ ਨਾਲ ਅਟੈਚਮੈਂਟ ਇੰਨੀ ਵੱਧ ਗਈ ਸੀਗੀ ਕਿ ਈਵਨ ਕਿ ਮੈਂ ਬਾਜ਼ਾਰ ਵੀ ਜਾਂਦਾ ਸੀਗਾ, ਉਹ ਬੇਚੈਨ ਹੋ ਜਾਂਦੇ ਸੀਗੇ। ਮੰਮੀ ਨੂੰ ਕਹਿੰਦੇ ਹੁੰਦੇ ਸੀ ਉਹਨੂੰ ਫ਼ੋਨ ਕਰ, ਕਿੱਥੇ ਆ ਉਹ। ਖਾਣਾ ਤੱਕ ਮੇਰੇ ਹੱਥੋਂ ਖਾਂਦੇ ਸੀਗੇ। ਔਰ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਗਿਲਟ ਹੈ ਇਸ ਚੀਜ਼ ਦਾ, ਉਹ ਇਸ ਚੀਜ਼ ਦਾ ਹੈ ਕਿ ਜਦੋਂ ਮੈਨੂੰ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਸੀਗਾ, ਮੈਂ ਸੱਜੇ ਖੱਬੇ ਭੱਜਦਾ ਫਿਰਦਾ ਰਿਹਾ, ਮੈਂ ਧਿਆਨ ਨਹੀਂ ਦਿੱਤਾ, ਮੈਨੂੰ ਧਿਆਨ ਦੇਣਾ ਚਾਹੀਦਾ ਸੀਗਾ। ਲੇਕਿਨ ਜਦੋਂ ਉਹਨਾਂ ਦਾ ਸਰਕਲ ਛੋਟਾ ਹੋਣਾ ਸ਼ੁਰੂ ਹੋਇਆ, ਜਦੋਂ ਉਹ ਲੋਕਾਂ ਨੇ ਸਾਥ ਛੱਡ ਦਿੱਤਾ ਜਿਹੜੇ ਕਹਿੰਦੇ ਸੀਗੇ ਭਾਜੀ ਜੋ ਮਰਜ਼ੀ ਹੋ ਜਾਵੇ, ਆ ਤੁਹਾਡਾ ਯਾਰ ਖੜਾ ਹੈ, ਆ ਤੁਹਾਡਾ ਭਰਾ ਖੜਾ ਹੈ, ਜਦੋਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ, ਫਿਰ ਇਨ ਦਾ ਲਾਸਟ ਤਾਂ ਫਿਰ ਤੁਹਾਡੀ ਫੈਮਿਲੀ ਬਚਦੀ ਹੈ ਓਬਵੀਅਸਲੀ। ਫਿਰ ਉਹਨਾਂ ਨੇ ਮੇਰੇ ਨਾਲ ਕਿਤੇ ਵੀ ਜਾਣਾ, ਕਿਤੇ ਵੀ ਮੈਂ ਕੋਈ ਆਪਣਾ ਕੰਮ ਵੀ ਕਰਨ ਜਾਣਾ, ਖਾਨ ਸਾਹਿਬ ਮੈਂ ਨਾ ਜੀ ਚਲੀਏ ਪੁੱਤ ਮਾੜਾ ਜਿਹਾ ਗੇੜਾ ਜਿਹਾ ਮਾਰ ਕੇ ਆਈਏ। ਫਿਰ ਉਹਨਾਂ ਨੇ ਮੇਰੇ ਨਾਲ ਜਾਣਾ। ਚੱਲਦੇ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਗਾਣਾ ਪਲੇ ਕਰ ਦਈਏ ਗੱਡੀ 'ਚ, ਮੈਂ ਸਿਰਫ ਉਹਨਾਂ ਦੀਆਂ ਗੱਲਾਂ ਨੂੰ ਸੁਣਦਾ ਰਹਿੰਦਾ ਸੀਗਾ, ਓਬਜ਼ਰਵ ਕਰਦਾ ਰਹਿੰਦਾ ਸੀਗਾ, ਕਿਉਂਕਿ ਜਿਹੜੇ ਲੋਕ ਉਹਨਾਂ ਦੇ ਨਾਲ ਘੰਟਿਆਂ ਬੱਧੀ ਬੈਠੇ ਹੋਏ ਆ, ਜੇ ਤੁਸੀਂ ਉਹਨਾਂ ਨੂੰ ਪੁੱਛੋਗੇ, ਉਹਨਾਂ ਦਾ ਇੱਕੋ ਹੀ ਇੱਕ ਜਵਾਬ ਹੋਏਗਾ ਕਿ ਸਾਬਰਕੋਟੀ ਸਿਰਫ ਸਾਬਰਕੋਟੀ ਨਹੀਂ ਸੀ, ਉਹ ਇੱਕ ਫਿਰਦੀ ਤੁਰਦੀ ਯੂਨੀਵਰਸਿਟੀ ਸੀ।